हाँ जी प्यारे बच्चों, सत श्री अकाल। प्रोग्राम विच तुहाडा स्वागत है। अज आपां 7वीं जमात समाजिक विज्ञान दा पाठ नंबर 4 वायुमंडल अते तापमान। 7वीं जमात दा पाठ 4 वायुमंडल अते तापमान दा भाग पहला पढ़ांगे। इस पाठ ਨੂੰ ਅਸੀਂ दो भागां ਵਿੱਚ मुकम्मल ਕਰਨ ਦੀ कोशिश करांगे ਤੇ ਅੱਜ ਆਪਾਂ भाग पहला भाव ਅੱਧਾ पाठ मुकम्मल ਕਰਨ ਦੀ कोशिश करांगे। पाठ 4 वायुमंडल ਅਤੇ तापमान। ਇਹ ਸਾਡੀ ਧਰਤੀ ਹੈ। ਸਾਡੀ ਧਰਤੀ ਉੱਤੇ ਮਨੁੱਖ ਅਤੇ ਹੋਰ ਜੀਵਾਂ ਦਾ ਰਹਿਣਾ ਇਸੇ ਲਈ ਸੰਭਵ ਹੋ ਸਕਿਆ ਕਿਉਂਕਿ ਧਰਤੀ ਦੇ ਆਲੇ ਦੁਆਲੇ ਹਵਾ ਦਾ ਗਿਲਾਫ ਹੈ। ਸਾਡੀ ਧਰਤੀ ਤੇ ਜੀਵਨ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਸਾਡੀ ਧਰਤੀ ਦੇ ਆਲੇ ਦੁਆਲੇ ਹਵਾ ਦਾ ਗਿਲਾਫ ਹੈ ਔਰ ਹਵਾ ਦੇ ਇਸ ਗਿਲਾਫ ਨੂੰ ਵਾਯੂਮੰਡਲ ਆਖਦੇ ਹਨ। ਸਾਡੀ ਧਰਤੀ ਦੇ ਆਲੇ ਦੁਆਲੇ ਹਵਾ ਦਾ ਗਿਲਾਫ ਹੈ ਤੇ ਹਵਾ ਦੇ ਇਸ ਗਿਲਾਫ ਨੂੰ ਵਾਯੂਮੰਡਲ ਆਖਦੇ ਹਨ। ਇਹ ਗਿਲਾਫ 1600 ਕਿਲੋਮੀਟਰ ਦੀ ਉਚਾਈ ਤੱਕ ਹੈ ਪਰ 99% ਹਵਾ 32 ਕਿਲੋਮੀਟਰ ਦੇ ਘੇਰੇ ਵਿੱਚ ਹੀ ਹੈ। ਸਾਡੀ ਧਰਤੀ ਦੇ ਆਲੇ ਦੁਆਲੇ ਹਵਾ ਦਾ ਗਿਲਾਫ ਹੈ। ਹਵਾ ਦੇ ਇਸ ਗਿਲਾਫ ਨੂੰ ਵਾਯੂਮੰਡਲ ਆਖਦੇ ਹਨ। ਇਹ ਗਿਲਾਫ 1600 ਕਿਲੋਮੀਟਰ ਦੀ ਉਚਾਈ ਤੱਕ ਹੈ ਪਰ 99% ਹਵਾ 32 ਕਿਲੋਮੀਟਰ ਦੇ ਘੇਰੇ ਵਿੱਚ ਹੀ ਹੈ। ਧਰਤੀ ਦੀ ਸਤਹ ਉੱਤੇ ਇਹ ਹਵਾ, ਜ਼ਮੀਨ, ਪਾਣੀ ਇਹ ਸਾਰੇ ਮਿਲ ਕੇ ਜੀਵ ਜਗਤ ਅਤੇ ਰੁੱਖਾਂ ਪੌਦਿਆਂ ਦੀ ਉਤਪਤੀ ਅਤੇ ਪਾਲਣ ਪੋਸ਼ਣ ਦਾ ਕਾਰਜ ਕਰਦੀ ਹੈ। ਧਰਤੀ ਦੀ ਸਤਹ ਉੱਤੇ ਵਾਯੂਮੰਡਲ, ਥਲ ਜੀਵਮੰਡਲ ਇਹ ਮਿਲ ਕੇ ਜੀਵ ਜਗਤ ਅਤੇ ਬਨਸਪਤੀ ਜੀਵ ਜਗਤ ਅਤੇ ਰੁੱਖਾਂ ਪੌਦਿਆਂ ਦੀ ਉਤਪਤੀ ਤੇ ਉਹਨਾਂ ਦਾ ਪਾਲਣ ਪੋਸ਼ਣ ਦਾ ਕਾਰਜ ਕਰਦੀ ਹੈ। ਵਾਯੂਮੰਡਲ ਦੇ ਅੰਸ਼ ਤਾਪਮਾਨ, ਹਵਾ, ਨਮੀ, ਵਾਯੂਦਾਬ। ਵਾਯੂਮੰਡਲ ਦੇ ਜੋ ਅੰਸ਼ ਹਨ ਜਿਵੇਂ ਤਾਪਮਾਨ, ਨਮੀ, ਵਾਯੂਦਾਬ, ਪੌਣਾ ਇਹ ਧਰਤੀ ਦੇ ਕੁਦਰਤੀ ਵਾਤਾਵਰਣ ਉੱਤੇ ਅਸਰ ਪਾਉਂਦੇ ਹਨ। ਧਰਤੀ ਦੇ ਕੁਦਰਤੀ ਵਾਤਾਵਰਣ ਉੱਤੇ ਅਸਰ ਪਾਉਂਦੇ ਹਨ ਜਿਵੇਂ ਤਾਪਮਾਨ, ਨਮੀ, ਵਾਯੂਦਾਬ ਤੇ ਪੌਣਾ। ਬੱਚਿਓ, ਵਾਤਾਵਰਣ ਦੇ ਅੰਸ਼ਾਂ ਵਿੱਚੋਂ ਵਾਯੂਮੰਡਲ ਵਿੱਚ ਸਭ ਤੋਂ ਵੱਧ ਤਬਦੀਲੀ ਦੇਖਣ ਨੂੰ ਮਿਲਦੀ ਹੈ। ਥਲ ਮੰਡਲ ਤੇ ਜਲ ਮੰਡਲ ਇਹਨਾਂ ਵਿੱਚੋਂ ਸਭ ਤੋਂ ਵੱਧ ਜੋ ਤਬਦੀਲੀ ਹੈ ਉਹ ਵਾਤਾਵਰਣ ਦੇ ਅੰਸ਼ਾਂ ਵਿੱਚੋਂ ਵਾਯੂਮੰਡਲ ਵਿੱਚ ਸਭ ਤੋਂ ਵੱਧ ਤਬਦੀਲੀ ਦੇਖਣ ਨੂੰ, ਅਦਲਾ ਬਦਲੀ ਦੇਖਣ ਨੂੰ ਮਿਲਦੀ ਹੈ। ਕੁਦਰਤੀ ਵਾਤਾਵਰਣ ਦੇ ਅੰਸ਼ ਹਨ ਥਲ ਮੰਡਲ ਭਾਵ ਜ਼ਮੀਨ, ਜਲ ਮੰਡਲ ਪਾਣੀ, ਵਾਯੂਮੰਡਲ ਹਵਾ। ਥਲ ਮੰਡਲ, ਜਲ ਮੰਡਲ ਅਤੇ ਵਾਯੂਮੰਡਲ ਇਹ ਕੁਦਰਤੀ ਵਾਤਾਵਰਣ ਦੇ ਅੰਸ਼ ਹਨ। ਵਾਯੂਮੰਡਲ ਦੇ ਅੰਸ਼ ਹਵਾ, ਤਾਪਮਾਨ, ਨਮੀ, ਵਾਯੂਦਾਬ ਆਦਿ ਵਾਯੂਮੰਡਲ ਦੇ ਅੰਸ਼ ਹਨ। ਕੁਦਰਤੀ ਵਾਤਾਵਰਣ ਦੇ ਅੰਸ਼ ਜ਼ਮੀਨ, ਪਾਣੀ, ਹਵਾ ਭਾਵ ਥਲ ਮੰਡਲ, ਜਲ ਮੰਡਲ ਅਤੇ ਵਾਯੂਮੰਡਲ ਕੁਦਰਤੀ ਵਾਤਾਵਰਣ ਦੇ ਅੰਸ਼ ਹਨ। ਵਾਯੂਮੰਡਲ ਦੇ ਅੰਸ਼ ਹਵਾ,
ਤਾਪਮਾਨ, ਨਮੀ, ਵਾਯੂ ਦਾਬ, ਇਹ ਵਾਯੂਮੰਡਲ ਦੇ ਅੰਸ਼ ਹਨ। ਮੈਂ ਇੱਕ ਵਾਰ ਫੇਰ ਤੁਹਾਨੂੰ ਦੁਹਰਾਈ ਕਰਾ ਦਿਆਂ। ਹਵਾ ਦੇ ਗਿਲਾਫ ਨੂੰ ਵਾਯੂਮੰਡਲ ਆਖਦੇ ਹਨ। ਵਾਯੂਮੰਡਲ ਦੀ ਉਚਾਈ 1600 ਕਿਲੋਮੀਟਰ ਤੱਕ ਹੈ। 99% ਹਵਾ 32 ਕਿਲੋਮੀਟਰ ਦੇ ਘੇਰੇ ਵਿਚਕਾਰ ਹੈ। ਹਵਾ, ਜ਼ਮੀਨ, ਪਾਣੀ ਇਹ ਮਿਲ ਕੇ ਜੀਵ ਜਗਤ ਬਣਾਉਂਦੇ ਹਨ। ਵਾਤਾਵਰਣ ਦੇ ਅੰਸ਼ਾਂ ਵਿੱਚੋਂ ਵਾਯੂਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ। ਜਲ ਮੰਡਲ, ਥਲ ਮੰਡਲ ਅਤੇ ਵਾਯੂਮੰਡਲ ਕੁਦਰਤੀ ਵਾਤਾਵਰਣ ਦੇ ਅੰਸ਼ ਹਨ। ਹਵਾ, ਤਾਪਮਾਨ ਅਤੇ ਨਮੀ ਵਾਯੂਮੰਡਲ ਦੇ ਅੰਸ਼ ਹਨ। ਹੁਣ ਮੈਂ ਕੁਝ ਖਾਲੀ ਥਾਵਾਂ ਤੁਹਾਡੇ ਤੋਂ ਪੁੱਛਣ ਲੱਗਿਆ ਜੋ ਹੁਣ ਤੱਕ ਅਸੀਂ ਪੜਿਆ ਉਸ ਦੀ ਦੁਹਰਾਈ ਲਈ। ਵਾਯੂਮੰਡਲ ਦੀ ਉਚਾਈ ਡੈਸ਼ ਕਿਲੋਮੀਟਰ ਹੈ। ਹਵਾ ਡੈਸ਼ ਕਿਲੋਮੀਟਰ ਤੱਕ ਦੇ ਘੇਰੇ ਵਿਚਕਾਰ ਹੈ। ਹਵਾ, ਜ਼ਮੀਨ, ਪਾਣੀ ਮਿਲ ਕੇ ਡੈਸ਼ ਬਣਾਉਂਦੇ ਹਨ। ਵਾਤਾਵਰਣ ਦੇ ਅੰਸ਼ਾਂ ਵਿੱਚੋਂ ਡੈਸ਼ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ। ਥਲ ਮੰਡਲ, ਜਲ ਮੰਡਲ, ਵਾਯੂਮੰਡਲ ਡੈਸ਼ ਦੇ ਅੰਸ਼ ਹਨ। ਹਵਾ, ਤਾਪਮਾਨ ਅਤੇ ਡੈਸ਼ ਵਾਯੂਮੰਡਲ ਦੇ ਅੰਸ਼ ਹਨ। ਇਹ ਥੱਲੇ ਉੱਤਰ ਨੇ, ਇਹਨਾਂ ਦੇ ਸਹੀ ਸ਼ਬਦ ਤੁਸੀਂ ਸਹੀ ਜਗ੍ਹਾ ਤੇ ਭਰਨੇ ਹਨ। ਵਾਯੂਮੰਡਲ ਦੀ ਉਚਾਈ 1600 ਕਿਲੋਮੀਟਰ ਹੈ। 99% ਹਵਾ 32 ਕਿਲੋਮੀਟਰ ਦੇ ਘੇਰੇ ਵਿਚਕਾਰ ਹੈ। ਹਵਾ, ਜ਼ਮੀਨ, ਪਾਣੀ ਮਿਲ ਕੇ ਜੀਵ ਜਗਤ ਬਣਾਉਂਦੇ ਹਨ। ਵਾਤਾਵਰਣ ਦੇ ਅੰਸ਼ਾਂ ਵਿੱਚ ਵਾਯੂਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ। ਜਲ ਮੰਡਲ, ਥਲ ਮੰਡਲ, ਵਾਯੂਮੰਡਲ ਕੁਦਰਤੀ ਵਾਤਾਵਰਣ ਦੇ ਅੰਸ਼ ਹਨ। ਹਵਾ, ਤਾਪਮਾਨ ਅਤੇ ਨਮੀ ਵਾਯੂਮੰਡਲ ਦੇ ਅੰਸ਼ ਹਨ। ਅੱਗੇ ਅਸੀਂ ਪੜ ਰਹੇ ਹਾਂ ਵਾਯੂਮੰਡਲ ਦੀ ਬਣਤਰ। ਵਾਯੂਮੰਡਲ ਦੀ ਬਣਤਰ। ਵਾਯੂਮੰਡਲ ਵਿੱਚ ਹਵਾ, ਜਲ ਵਾਸ਼ਪ ਅਤੇ ਧੂੜ ਕਣ ਹੁੰਦੇ ਹਨ। ਵਾਯੂਮੰਡਲ ਵਿੱਚ ਹਵਾ, ਜਲ ਵਾਸ਼ਪ ਅਤੇ ਧੂੜ ਕਣ ਹੁੰਦੇ ਹਨ। ਧੂੜ ਕਣ ਅਤੇ ਜਲ ਵਾਸ਼ਪ ਭਾਰੇ ਹੋਣ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਹੀ ਹੁੰਦੇ ਹਨ ਤੇ ਹਵਾ ਗੈਸਾਂ ਦਾ ਮਿਸ਼ਰਣ ਹੈ। ਵਾਯੂਮੰਡਲ ਵਿੱਚ ਹਵਾ, ਜਲ ਵਾਸ਼ਪ ਅਤੇ ਧੂੜ ਕਣ ਹੁੰਦੇ ਹਨ। ਧੂੜ ਕਣ ਤੇ ਜਲ ਵਾਸ਼ਪ ਭਾਰੇ ਹੋਣ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਹੀ ਹੁੰਦੇ ਹਨ ਤੇ ਹਵਾ ਗੈਸਾਂ ਦਾ ਮਿਸ਼ਰਣ ਹੈ। ਵਾਯੂਮੰਡਲ ਵਿੱਚ ਜਿਉਂ-ਜਿਉਂ ਉਚਾਈ ਵੱਲ ਜਾਈਏ ਗੈਸਾਂ ਦੀ ਘਣਤਾ ਘਟਦੀ ਜਾਂਦੀ ਹੈ। ਵਾਯੂਮੰਡਲ ਵਿੱਚ ਨਾਈਟ੍ਰੋਜਨ, ਆਕਸੀਜਨ, ਆਰਗਨ, ਕਾਰਬਨ ਡਾਈਆਕਸਾਈਡ ਤੇ ਹਾਈਡਰੋਜਨ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਵਾਯੂਮੰਡਲ ਵਿਚਲੀਆਂ ਗੈਸਾਂ ਨਾਈਟ੍ਰੋਜਨ 78.3%, ਆਕਸੀਜਨ 20.99%, ਆਰਗਨ 0.94%, ਕਾਰਬਨ 0.03%, ਹਾਈਡਰੋਜਨ 0.01%। ਇਹ ਸਾਰੀਆਂ ਗੈਸਾਂ ਵਾਯੂਮੰਡਲ ਦੇ ਵਿੱਚ ਮੌਜੂਦ ਹੁੰਦੀਆਂ ਹਨ।
ਨਾਈਟ੍ਰੋਜਨ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ 'ਚ ਹੁੰਦੀ ਹੈ। ਨਾਈਟ੍ਰੋਜਨ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਦੇ ਵਿੱਚ ਹੁੰਦੀ ਹੈ ਤੇ ਇਹ ਬੂਟਿਆਂ ਨੂੰ ਮਰਨ ਤੋਂ ਬਚਾਉਂਦੀ ਹੈ। ਨਾਈਟ੍ਰੋਜਨ 78.03% ਇਹ ਗੈਸ ਵਾਯੂਮੰਡਲ ਵਿੱਚ ਇਸ ਦੀ ਮਾਤਰਾ 78.03% ਹੁੰਦੀ ਹੈ। ਵਧੇਰੇ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਹੁੰਦੀ ਹੈ। ਵਧੇਰੇ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਹੁੰਦੀ ਹੈ ਤੇ ਬੂਟਿਆਂ ਨੂੰ ਮਰਨ ਤੋਂ ਬਚਾਉਂਦੀ ਹੈ। ਅਗਲੀ ਜੋ ਮਹੱਤਵਪੂਰਨ ਗੈਸ ਹੈ ਉਹ ਹੈ ਆਕਸੀਜਨ। ਆਕਸੀਜਨ ਦੂਜੀ ਮਹੱਤਵਪੂਰਨ ਗੈਸ ਹੈ ਜੋ ਜੀਵ ਜੰਤੂਆਂ ਦੀ ਰੱਖਿਆ ਕਰਦੀ ਹੈ। ਆਕਸੀਜਨ ਜੀਵ ਜੰਤੂਆਂ ਲਈ ਬਹੁਤ ਜ਼ਰੂਰੀ ਗੈਸ ਹੈ ਜੋ ਸਾਡੇ ਵਾਤਾਵਰਣ ਵਿੱਚ ਮਿਲਦੀ ਹੈ। ਅਗਲੀ ਗੈਸ ਹੈ ਕਾਰਬਨ ਡਾਈਆਕਸਾਈਡ। ਇਹ ਤੀਸਰੀ ਮਹੱਤਵਪੂਰਨ ਗੈਸ ਹੈ। ਇਹ ਵੇਲ ਬੂਟਿਆਂ ਦੀ ਉਸੇ ਤਰ੍ਹਾਂ ਪਾਲਣਾ ਕਰਦੀ ਹੈ ਜਿਵੇਂ ਆਕਸੀਜਨ ਜੀਵ ਜਾਤੀ ਦੀ। ਜਿਵੇਂ ਜੀਵ ਜੰਤੂਆਂ ਨੂੰ ਆਕਸੀਜਨ ਦੀ ਲੋੜ ਹੈ ਉਸੇ ਤਰ੍ਹਾਂ ਬਨਸਪਤੀ ਨੂੰ ਵੀ ਕਾਰਬਨ ਡਾਈਆਕਸਾਈਡ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਤੀਸਰੀ ਮਹੱਤਵਪੂਰਨ ਗੈਸ ਹੈ। ਇਹ ਧਰਤੀ ਦੇ ਆਲੇ ਦੁਆਲੇ ਇੱਕ ਕੰਬਲ ਦਾ ਕੰਮ ਕਰਦੀ ਹੈ ਤੇ ਵਾਯੂਮੰਡਲ ਤੋਂ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ। ਪਹਿਲਾਂ ਅਸੀਂ ਨਾਈਟ੍ਰੋਜਨ ਬਾਰੇ ਜਾਣਿਆ, ਆਕਸੀਜਨ ਬਾਰੇ ਜਾਣਿਆ, ਕਾਰਬਨ ਡਾਈਆਕਸਾਈਡ। ਇਸ ਤੋਂ ਬਿਨਾ ਅਗਲਾ ਹੈ ਸਾਡੇ ਕੋਲੇ ਜਲ ਕਣ। ਵਾਯੂਮੰਡਲ ਵਿੱਚ ਤਬਦੀਲੀ ਲਿਆਉਣ ਦਾ ਇਹ ਅਹਿਮ ਕੰਮ ਕਰਦੇ ਹੈ। ਵਾਯੂਮੰਡਲ ਵਿੱਚ ਜਲ ਕਣਾਂ ਦੀ ਮਹੱਤਵਪੂਰਨ ਥਾਂ ਹੈ ਔਰ ਇਹ ਜਲ ਵਾਯੂ ਵਿੱਚ ਤਬਦੀਲੀ ਲਿਆਉਣ ਦਾ ਅਹਿਮ ਕੰਮ ਕਰਦੇ ਹਨ। ਸਵੈਹੀਨ ਜਦੋਂ ਹਵਾ ਗਰਮ ਹੋ ਜਾਂਦੀ ਹੈ ਤਾਂ ਫੈਲਦੀ ਹੈ। ਜਦੋਂ ਹਵਾ ਗਰਮ ਹੋ ਜਾਂਦੀ ਹੈ ਤੇ ਫੈਲਦੀ ਹੈ ਤੇ ਹਲਕੀ ਹੋ ਕੇ ਉੱਪਰ ਨੂੰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹਵਾ ਗਰਮ ਹੋ ਜਾਂਦੀ ਹੈ ਤਾਂ ਫੈਲਦੀ ਹੈ ਤੇ ਹਲਕੀ ਹੋ ਕੇ ਉੱਪਰ ਨੂੰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਠੰਡੀ ਹਵਾ ਭਾਰੀ ਹੋਣ ਕਰਕੇ ਥੱਲੇ ਬੈਠ ਜਾਂਦੀ ਹੈ। ਜਿਹੜੀ ਹਵਾ ਠੰਡੀ ਹੈ ਉਹ ਥੱਲੇ ਬੈਠ ਜਾਂਦੀ ਹੈ। ਗਰਮ ਹਵਾ ਫੈਲਦੀ ਹੈ ਉਹ ਉੱਪਰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਗਰਮ ਹਵਾ ਉੱਪਰ ਉੱਠਦੀ ਹੈ ਤਾਂ ਠੰਡੀ ਹਵਾ ਉਸ ਦਾ ਸਥਾਨ ਮੱਲ ਲੈਂਦੀ ਹੈ। ਜਦੋਂ ਗਰਮ ਹਵਾ ਉੱਪਰ ਉੱਠਦੀ ਹੈ ਤੇ ਠੰਡੀ ਹਵਾ ਉਸ ਦਾ ਸਥਾਨ ਮੱਲ ਲੈਂਦੀ ਹੈ। ਇਸ ਤਰ੍ਹਾਂ ਹਵਾ ਦਾ ਗੇੜ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਸਵੈਹੀਨ ਕਹਿੰਦੇ ਹਨ। ਜਦੋਂ ਹਵਾ ਗਰਮ ਹੋ ਜਾਂਦੀ ਹੈ ਤਾਂ ਫੈਲਦੀ ਹੈ, ਹਲਕੀ ਹੋ ਕੇ ਉੱਪਰ ਉੱਠਣਾ ਸ਼ੁਰੂ ਹੋ ਜਾਂਦੀ ਹੈ। ਠੰਡੀ ਹਵਾ ਭਾਰੀ ਹੋਣ ਕਰਕੇ ਥੱਲੇ ਬੈਠ ਜਾਂਦੀ ਹੈ। ਜਦੋਂ ਗਰਮ ਹਵਾ ਉੱਪਰ ਉੱਠਦੀ ਹੈ ਤਾਂ ਠੰਡੀ ਹਵਾ ਉਸ ਦਾ ਸਥਾਨ ਘੇਰ ਲੈਂਦੀ ਹੈ। ਗਰਮ ਹਵਾ ਹਲਕੀ ਹੋ ਕੇ ਉੱਪਰ ਉੱਠ ਜਾਂਦੀ ਹੈ, ਠੰਡੀ ਹਵਾ ਉਸ ਦਾ ਸਥਾਨ ਲੈ ਲੈਂਦੀ ਹੈ। ਇਸ ਤਰ੍ਹਾਂ ਇਹ ਗੇੜ ਸ਼ੁਰੂ ਹੋ ਜਾਂਦਾ ਹੈ। ਇਸ ਗੇੜ ਨੂੰ ਸਵੈਹੀਨ ਆਖਦੇ ਹਨ। ਇਹ ਸਾਰੀਆਂ ਗੈਸਾਂ ਧੂੜ ਕਣ, ਕਾਰਬਨ, ਫੁੱਲਾਂ ਦੇ ਪਰਾਗ ਕਣ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਰੋਕੀ ਰੱਖਦੇ ਹਨ। ਸਾਰੀਆਂ ਗੈਸਾਂ ਧੂੜ ਕਣਾਂ, ਕਾਰਬਨ, ਫੁੱਲਾਂ ਦੇ ਪਰਾਗ ਕਣਾਂ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਰੋਕੀ ਰੱਖਦੇ ਹਨ। ਅੱਗੇ ਅਸੀਂ ਦੇਖ ਰਹੇ ਹਾਂ, ਤੁਹਾਨੂੰ ਤਸਵੀਰ ਤੋਂ ਵੀ ਨਜ਼ਰ ਆ ਰਿਹਾ ਹੈ, ਹਵਾ ਦਾ ਪ੍ਰਦੂਸ਼ਣ। ਹਰੇਕ ਸਾਲ ਹਜ਼ਾਰਾਂ ਟਨ ਸਥੂਲ ਪਦਾਰਥ ਵਾਤਾਵਰਣ ਵਿੱਚ ਜਮ੍ਹਾਂ ਹੋ ਜਾਂਦੇ ਹਨ ਜਿਹੜੇ ਕੁਦਰਤੀ ਨਹੀਂ ਹੁੰਦੇ। ਹਰੇਕ ਸਾਲ ਹਜ਼ਾਰਾਂ ਟਨ ਸਥੂਲ ਪਦਾਰਥ ਵਾਤਾਵਰਣ ਵਿੱਚ ਜਮ੍ਹਾਂ ਹੋ ਜਾਂਦੇ ਹਨ ਜਿਹੜੇ ਕੁਦਰਤੀ ਨਹੀਂ ਹੁੰਦੇ। ਵਾਤਾਵਰਣ ਵਿਚਲੇ ਇਸ ਬਨਾਵਟੀ ਮਨੁੱਖ ਦੁਆਰਾ ਪੈਦਾ ਕੀਤੇ
ਸਥੂਲਤਾ ਨੂੰ ਹੀ ਹਵਾ ਦਾ ਪ੍ਰਦੂਸ਼ਣ ਆਖਦੇ ਹਨ। ਵਾਯੂਮੰਡਲ ਵਿਚਲੀ ਜੋ ਬਨਾਵਟੀ ਭਾਵ ਮਨੁੱਖ ਦੁਆਰਾ ਪੈਦਾ ਕੀਤੀ ਸਥੂਲਤਾ ਨੂੰ ਹਵਾ ਦਾ ਪ੍ਰਦੂਸ਼ਣ ਆਖਦੇ ਹਨ, ਹਵਾ ਦਾ ਪ੍ਰਦੂਸ਼ਣ ਕਹਿੰਦੇ ਹਨ। ਇਹ ਸਥੂਲਤਾ ਦੋ ਪ੍ਰਕਾਰ ਦੀ ਹੁੰਦੀ ਹੈ। ਇਹ ਸਥੂਲਤਾ ਦੋ ਪ੍ਰਕਾਰ ਦੀ ਹੁੰਦੀ ਹੈ, ਠੋਸ ਅਤੇ ਗੈਸ। ਖਾਸ ਕਰਕੇ ਸ਼ਹਿਰਾਂ ਵਿੱਚ ਮਨੁੱਖੀ ਗਤੀਵਿਧੀਆਂ ਬਹੁਤ ਸਾਰਾ ਠੋਸ ਗੰਧ ਹਵਾ ਵਿੱਚ ਛੱਡਦੀਆਂ ਹਨ। ਬਾਲਣ ਦੇ ਬਲਨ ਉਪਰੰਤ ਕਾਰਬਨ ਦੇ ਧੂਏ ਦੇ ਕਣ ਧੂਏ ਦੇ ਰੂਪ ਵਿੱਚ ਹਵਾ ਵਿੱਚ ਛੱਡੇ ਜਾਂਦੇ ਹਨ। ਫੈਕਟਰੀਆਂ ਵੱਖ-ਵੱਖ ਕਾਰਜਾਂ ਉਪਰੰਤ ਹਵਾ ਵਿੱਚ ਧੂੜ ਕਣ ਛੱਡਦੀਆਂ ਹਨ, ਜਿਨ੍ਹਾਂ ਵਿੱਚ ਐਸਬੈਸਟੋਸ ਸਥੂਲ ਪ੍ਰਦੂਸ਼ਣ ਦਾ ਇੱਕ ਭਿਆਨਕ ਨਮੂਨਾ ਹੈ। ਜਵਾਲਾਮੁਖੀ ਹਵਾ ਦੇ ਪ੍ਰਦੂਸ਼ਣ ਨੂੰ ਧੂੜ ਕਣਾਂ ਦੇ ਰੂਪ ਵਿੱਚ ਪ੍ਰਦੂਸ਼ਿਤ ਕਰਦੇ ਹਨ। ਇਹ ਸਾਰੇ ਠੋਸ ਸਥੂਲਤਾ ਦੀ ਉਦਾਹਰਣ ਨੇ। ਅੱਗੇ ਹੈ ਮੋਟਰ ਗੱਡੀਆਂ ਦਾ ਛੱਡਿਆ ਧੂਆਂ। ਮੋਟਰ ਗੱਡੀਆਂ ਵੱਲੋਂ ਛੱਡਿਆ ਧੂਆਂ ਇੱਕ ਭਿਆਨਕ ਗੈਸੀ ਪ੍ਰਦੂਸ਼ਣ ਹੈ। ਵਾਹਨ ਬਹੁਤ ਜ਼ਿਆਦਾ ਟ੍ਰੈਫਿਕ ਵਾਲੇ ਸਥਾਨਾਂ ਤੇ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਛੱਡਦੇ ਹਨ। ਮੋਟਰ ਗੱਡੀਆਂ ਜੋ ਸਾਡੇ ਵਾਹਨ ਹਨ, ਉਹਨਾਂ ਵੱਲੋਂ ਛੱਡਿਆ ਧੂਆਂ ਇੱਕ ਭਿਆਨਕ ਗੈਸੀ ਪ੍ਰਦੂਸ਼ਣ ਹੈ। ਵਾਹਨ ਬਹੁਤ ਜ਼ਿਆਦਾ ਟ੍ਰੈਫਿਕ ਵਾਲੇ ਸਥਾਨਾਂ ਤੇ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਛੱਡਦੇ। ਬੱਚੋ, ਤੁਸੀਂ ਸਮੋਗ ਦਾ ਨਾਂ ਸੁਣਿਆ ਹੋਣਾ ਹੈ। ਕਈ ਵੱਡੇ ਸ਼ਹਿਰਾਂ ਵਿੱਚ ਸਮੋਗ ਬਾਰੇ ਕਾਫੀ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ, ਕਾਫੀ ਚਰਚਾ ਰਹਿੰਦੀ ਹੈ। ਸਮੋਗ ਧੁੰਦ ਤੇ ਧੂਏ ਦਾ ਮਿਸ਼ਰਣ ਹੁੰਦਾ ਹੈ। ਪਹਿਲਾਂ ਅਸੀਂ ਹਵਾ ਪ੍ਰਦੂਸ਼ਣ ਬਾਰੇ ਗੱਲ ਕੀਤੀ, ਉਸ ਨੂੰ ਥੋੜਾ ਜਿਹਾ ਮੈਂ ਦੁਹਰਾ ਦਿਆਂ ਕਿ ਜੋ ਬਨਾਵਟੀ ਸਥੂਲਤਾ ਮਨੁੱਖ ਦੁਆਰਾ ਹਵਾ ਦੇ ਵਿੱਚ ਰਲਾਈ ਜਾਂਦੀ ਹੈ, ਉਸ ਨੂੰ ਹਵਾ ਦਾ ਪ੍ਰਦੂਸ਼ਣ ਕਹਿੰਦੇ ਆ। ਵਾਯੂਮੰਡਲ ਵਿੱਚ ਮਨੁੱਖ ਦੁਆਰਾ ਪੈਦਾ ਕੀਤੀ ਸਥੂਲਤਾ ਨੂੰ ਹਵਾ ਦਾ ਪ੍ਰਦੂਸ਼ਣ ਕਹਿੰਦੇ ਹਨ। ਇਹ ਸਥੂਲਤਾ ਦੋ ਤਰ੍ਹਾਂ ਦੀ ਹੁੰਦੀ ਹੈ, ਠੋਸ ਅਤੇ ਗੈਸ। ਮੋਟਰ ਗੱਡੀਆਂ ਦਾ ਧੂਆਂ ਵੀ ਇੱਕ ਭਿਆਨਕ ਗੈਸੀ ਪ੍ਰਦੂਸ਼ਣ ਹੈ। ਇਸੇ ਤਰ੍ਹਾਂ ਫੈਕਟਰੀਆਂ ਦਾ ਧੂਆਂ ਜੋ ਠੋਸ ਪ੍ਰਦੂਸ਼ਣ ਪੈਦਾ ਕਰਦਾ ਹੈ। ਵਾਹਨਾਂ ਦੇ ਵਿੱਚੋਂ ਕਾਰਬਨ ਮੋਨੋਆਕਸਾਈਡ ਹੈ, ਜੋ ਕਾਫੀ ਖਤਰਨਾਕ ਗੈਸ ਹੈ। ਸੋ ਇਸ ਤੋਂ ਬਿਨਾ ਅੱਜ ਕੱਲ ਸਮੋਗ ਧੁੰਦ ਅਤੇ ਧੂਏ ਦਾ ਨਾਂ, ਧੁੰਦ ਅਤੇ ਧੂਆਂ ਨਾਮ ਦਾ ਪਦਾਰਥ ਵਾਤਾਵਰਣ ਵਿੱਚ ਬਹੁਤ ਹੁੰਦਾ ਹੈ। ਇਸ ਵਿੱਚ ਧੁੰਦ ਅਤੇ ਧੂਆਂ ਮਿਲਿਆ ਹੁੰਦਾ ਹੈ। ਅਸੀਂ ਇਸ ਬਾਰੇ ਅਖਬਾਰਾਂ ਵਿੱਚ ਪੜ੍ਹਦੇ ਹੀ ਰਹਿੰਦੇ ਹਾਂ। ਧੁੰਦ ਜਾਂ ਸਮੋਗ, ਧੁੰਦ ਜਾਂ ਸਮੋਗ ਕੁਝ ਅਜਿਹੇ ਸਥੂਲਾਂ ਦਾ ਮਿਸ਼ਰਣ ਹੁੰਦਾ ਹੈ ਜਿਹੜਾ ਸਿਹਤ ਉੱਤੇ ਕਾਫੀ ਹਾਨੀਕਾਰਕ ਪ੍ਰਭਾਵ ਛੱਡਦਾ ਹੈ। ਧੁੰਦ ਜਾਂ ਸਮੋਗ ਕੁਝ ਅਜਿਹੇ ਸਥੂਲਾਂ ਦਾ ਮਿਸ਼ਰਣ ਹੁੰਦਾ ਹੈ ਜਿਹੜਾ ਸਿਹਤ ਉੱਤੇ ਬਹੁਤ ਹਾਨੀਕਾਰਕ ਪ੍ਰਭਾਵ ਛੱਡਦਾ ਹੈ। ਹਵਾ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹਵਾ ਵਿੱਚ ਓਜ਼ੋਨ ਗੈਸ ਦੀ ਘੱਟ ਮਾਤਰਾ। ਹਵਾ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹਵਾ ਵਿੱਚ ਓਜ਼ੋਨ ਗੈਸ ਦੀ ਘੱਟ ਮਾਤਰਾ ਹੈ, ਜੋ ਕਿ ਜ਼ਿਆਦਾ ਵਾਹਨ ਆਵਾਜਾਈ ਕਰਕੇ ਹੁੰਦਾ ਹੈ। ਖਾਸ ਕਰਕੇ ਉਹਨਾਂ ਥਾਵਾਂ ਤੇ ਜਿੱਥੇ ਬਹੁਤ ਸਾਰੀਆਂ ਫੈਕਟਰੀਆਂ ਹਨ ਤੇ ਲੋਕ ਉੱਥੇ ਵਾਹਨਾਂ ਰਾਹੀਂ ਕੰਮ ਕਰਨ ਲਈ ਵਰਤਦੇ ਹਨ, ਆਉਂਦੇ ਜਾਂਦੇ ਹਨ। ਫੈਕਟਰੀਆਂ ਬਹੁਤ ਸਾਰੀਆਂ ਹਨ ਤੇ ਲੋਕ ਉੱਥੇ ਵਾਹਨਾਂ ਰਾਹੀਂ ਕੰਮ ਕਰਨ ਲਈ ਜਾਂਦੇ ਹਨ।
ਸਰਕਾਰ ਦੁਆਰਾ ਭਾਵੇਂ ਹਵਾ ਗੰਧਲੀ ਕਰਨ ਵਾਲੇ ਸਰੋਤਾਂ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੇ ਨਿਯਮ ਬਣਾਏ ਗਏ ਹਨ। ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਨੇ ਬਹੁਤ ਸਾਰੇ ਨਿਯਮ ਬਣਾਏ ਹਨ, ਪਰੰਤੂ ਸਾਨੂੰ ਆਪ ਹੀ ਇਹਨਾਂ ਨੂੰ ਕੰਟਰੋਲ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਵਾਯੂਮੰਡਲ ਦਾ ਢਾਂਚਾ ਬਾਰੇ। ਵਾਯੂਮੰਡਲ ਦਾ ਢਾਂਚਾ ਬੱਚਿਓ, ਧਰਤੀ ਦਾ ਵਾਯੂਮੰਡਲ ਬਹੁਤ ਸਾਰੀਆਂ ਤਹਿਾਂ ਦੇ ਵਿੱਚ ਵੰਡਿਆ ਹੋਇਆ ਹੈ। ਧਰਤੀ ਦਾ ਵਾਯੂਮੰਡਲ ਤੁਸੀਂ ਤਸਵੀਰ ਦੇ ਵਿੱਚ ਵੀ ਦੇਖ ਰਹੇ ਹੋ। ਧਰਤੀ ਦੇ ਉੱਪਰ ਵੱਖ-ਵੱਖ ਤਹਿਾਂ, ਵੱਖ-ਵੱਖ ਪਰਤਾਂ ਉਹ ਦਿਖਾਈਆਂ ਗਈਆਂ ਨੇ। ਧਰਤੀ ਦਾ ਵਾਯੂਮੰਡਲ ਬਹੁਤ ਸਾਰੀਆਂ ਤਹਿਾਂ ਦੇ ਵਿੱਚ ਵੰਡਿਆ ਹੋਇਆ ਹੈ। ਇਹਨਾਂ ਤਹਿਾਂ ਦੇ ਨਾਮ ਤੇ ਉਚਾਈ ਵੱਖ-ਵੱਖ ਹੈ। ਪਿਛਲੇ ਕੁਝ ਦਹਾਕਿਆਂ ਤੋਂ, ਪਿਛਲੇ ਕੁਝ ਸਮੇਂ ਤੋਂ ਵਾਯੂਮੰਡਲ ਸੰਬੰਧੀ ਬਹੁਤ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਹ ਜਾਣਕਾਰੀ ਪੁਲਾੜ ਵਿੱਚ ਭੇਜੇ ਗਏ ਬਨਾਵਟੀ ਉਪਗ੍ਰਹਿਾਂ, ਮਾਨਵਕ੍ਰਿਤ ਉਪਗ੍ਰਹਿਾਂ ਦੁਆਰਾ ਇਕੱਠੀ ਕੀਤੀ ਗਈ ਹੈ, ਜਿਹਨੂੰ ਅਸੀਂ ਸੈਟੇਲਾਈਟਸ ਕਹਿ ਦਿੰਦੇ ਹਾਂ। ਇਹ ਜਾਣਕਾਰੀ ਜੋ ਸਾਡੇ ਕੋਲ ਇਹਨਾਂ ਪਰਤਾਂ ਬਾਰੇ ਹੈ, ਇਹ ਜਾਣਕਾਰੀ ਪੁਲਾੜ ਵਿੱਚ ਭੇਜੇ ਗਏ ਮਾਨਵਕ੍ਰਿਤ ਉਪਗ੍ਰਹਿਾਂ ਦੁਆਰਾ ਇਕੱਠੀ ਕੀਤੀ ਗਈ ਹੈ। ਸੋ ਉਸ ਦੇ ਆਧਾਰ ਤੇ ਵਾਯੂਮੰਡਲ ਨੂੰ ਹੇਠ ਲਿਖੀਆਂ ਤਹਿਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਅਸ਼ਾਂਤੀ ਮੰਡਲ। ਅਸ਼ਾਂਤੀ ਮੰਡਲ ਇਹ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਹੈ। ਅਸ਼ਾਂਤੀ ਮੰਡਲ। ਅਸ਼ਾਂਤੀ ਮੰਡਲ ਦੇ ਨਾਂ ਤੋਂ ਇਸ ਮੰਡਲ ਦੇ ਵਿੱਚ ਮੀਂਹ, ਹਨੇਰੀ, ਬੱਦਲ, ਤੂਫਾਨ ਇਹ ਸਭ ਕੁਝ ਇਸੇ ਤਹਿ ਦੇ ਵਿੱਚ ਵਾਪਰਦਾ। ਅਸ਼ਾਂਤੀ ਮੰਡਲ। ਅਗਲੀ ਤਹਿ ਹੈ ਸਮਤਾਪ ਮੰਡਲ। ਸਮਤਾਪ ਮੰਡਲ। ਇਸ ਤਹਿ ਦੇ ਵਿੱਚ, ਇਸ ਮੰਡਲ ਦੇ ਵਿੱਚ ਆਕਾਸ਼ ਸਾਫ਼ ਰਹਿੰਦਾ ਹੈ ਔਰ ਇਸ ਵਿੱਚ ਹਵਾਈ ਜਹਾਜ਼ਾਂ ਦੀ ਉਡਾਨ ਲਈ ਇਹ ਬਹੁਤ ਯੋਗ ਹੁੰਦਾ ਹੈ। ਆਪਾਂ ਵਿਸਥਾਰ ਨਾਲ ਇਸ ਬਾਰੇ ਅੱਗੇ ਪੜਾਂਗੇ। ਪਹਿਲਾ ਸੀ ਅਸ਼ਾਂਤੀ ਮੰਡਲ, ਦੂਸਰਾ ਹੈ ਸਮਤਾਪ ਮੰਡਲ। ਸਮਤਾਪ ਮੰਡਲ। ਤੀਸਰੀ ਪਰਤ ਦਾ, ਤੀਸਰੀ ਤਹਿ ਦਾ ਨਾਂ ਹੈ ਮੱਧਵਰਤੀ ਮੰਡਲ। ਮੱਧਵਰਤੀ ਮੰਡਲ। ਸਮਤਾਪ ਮੰਡਲ ਤੋਂ ਉਤਲੀ ਵਾਯੂਮੰਡਲ ਦੀ ਪਰਤ ਨੂੰ ਮੱਧਵਰਤੀ ਮੰਡਲ ਆਖਦੇ ਹਨ। ਮੱਧਵਰਤੀ ਮੰਡਲ। ਅਸ਼ਾਂਤੀ ਮੰਡਲ, ਸਮਤਾਪ ਮੰਡਲ, ਮੱਧਵਰਤੀ ਮੰਡਲ। ਅਗਲੀ ਤਹਿ ਹੈ ਤਾਪ ਮੰਡਲ। ਤਾਪ ਮੰਡਲ। ਇਹ ਤਾਪ ਮੰਡਲ ਬਾਰੇ ਵੀ ਅਸੀਂ ਵਿਸਥਾਰ ਨਾਲ ਅੱਗੇ ਪੜਾਂਗੇ। ਤਾਪ ਮੰਡਲ ਤੋਂ ਬਾਅਦ ਹੈ ਬਾਹਰੀ ਮੰਡਲ। ਬਾਹਰੀ ਮੰਡਲ। ਅਸ਼ਾਂਤੀ ਮੰਡਲ, ਸਮਤਾਪ ਮੰਡਲ, ਮੱਧਵਰਤੀ ਮੰਡਲ, ਤਾਪ ਮੰਡਲ, ਬਾਹਰੀ ਮੰਡਲ। ਇੱਕ ਵਾਰੀ ਫੇਰ ਮੈਂ ਨਾਂ ਲੈ ਦਿਆਂ। ਅਸ਼ਾਂਤੀ ਮੰਡਲ, ਸਮਤਾਪ ਮੰਡਲ, ਮੱਧਵਰਤੀ ਮੰਡਲ, ਤਾਪ ਮੰਡਲ, ਬਾਹਰੀ ਮੰਡਲ। ਵਾਯੂਮੰਡਲ ਦੀਆਂ ਇਹਨਾਂ ਤਹਿਾਂ ਦੇ ਨਾਵਾਂ ਬਾਰੇ ਤੁਹਾਨੂੰ ਪਤਾ ਲੱਗ ਗਿਆ। ਇਹਨਾਂ ਤਹਿਾਂ ਬਾਰੇ ਵਿਸਥਾਰ ਸਾਹਿਤ ਅਸੀਂ ਭਾਗ 2 ਵਿੱਚ ਪੜਾਂਗੇ। ਹੁਣ ਮੈਂ ਤੁਹਾਡੇ ਤੋਂ ਅੱਜ ਪੜ੍ਹੇ ਗਏ ਪਾਠ ਵਿੱਚੋਂ ਦੁਹਰਾਈ ਲਈ ਕੁਝ ਪ੍ਰਸ਼ਨ ਪੁੱਛਣ ਜਾ ਰਿਹਾ ਹਾਂ। ਤੁਸੀਂ ਸੋਚ ਕੇ ਇਹਨਾਂ ਪ੍ਰਸ਼ਨਾਂ ਦੇ ਜਵਾਬ ਦੇਣੇ ਹਨ। ਤੁਹਾਡਾ ਪਹਿਲਾ ਪ੍ਰਸ਼ਨ ਹੈ, ਵਾਯੂ ਪ੍ਰਦੂਸ਼ਣ ਕਿਸ ਨੂੰ ਆਖਦੇ ਹਨ? ਵਾਯੂ ਪ੍ਰਦੂਸ਼ਣ, ਹਵਾ ਦਾ ਪ੍ਰਦੂਸ਼ਣ ਕਿਸ ਨੂੰ ਆਖਦੇ ਹਨ? ਵਾਯੂ ਪ੍ਰਦੂਸ਼ਣ ਕਿਸ ਨੂੰ ਆਖਦੇ ਹਨ?
ਹਵਾ ਵਿਚਲੀ ਬਨਾਵਟੀ ਸਥੂਲਤਾ। ਹਵਾ ਵਿਚਲੀ ਬਨਾਵਟੀ ਸਥੂਲਤਾ। ਹਵਾ ਵਿਚਲੀ ਬਨਾਵਟੀ ਸਥੂਲਤਾ ਨੂੰ ਵਾਯੂ ਪ੍ਰਦੂਸ਼ਣ ਆਖਦੇ ਹਨ। ਤੁਹਾਡਾ ਅਗਲਾ ਪ੍ਰਸ਼ਨ ਹੈ, ਹਵਾ ਕਿਸ ਦਾ ਮਿਸ਼ਰਣ ਹੈ? ਹਵਾ ਕਿਸ ਦਾ ਮਿਸ਼ਰਣ ਹੈ? ਹਾਂਜੀ, ਸ਼ਾਬਾਸ਼, ਗੈਸਾਂ ਦਾ। ਹਵਾ ਗੈਸਾਂ ਦਾ ਮਿਸ਼ਰਣ ਹੈ। ਤੀਸਰਾ ਪ੍ਰਸ਼ਨ, ਵਾਯੂਮੰਡਲ ਵਿੱਚ ਕਿਹੜੀਆਂ ਦੋ ਗੈਸਾਂ ਦੀ ਮਾਤਰਾ ਜ਼ਿਆਦਾ ਹੈ? ਵਾਯੂਮੰਡਲ ਵਿੱਚ ਕਿਹੜੀਆਂ ਦੋ ਗੈਸਾਂ ਦੀ ਮਾਤਰਾ ਜ਼ਿਆਦਾ ਹੈ? ਹਾਂਜੀ, ਸ਼ਾਬਾਸ਼, ਨਾਈਟ੍ਰੋਜਨ ਅਤੇ ਆਕਸੀਜਨ। ਨਾਈਟ੍ਰੋਜਨ ਅਤੇ ਆਕਸੀਜਨ ਦੀ ਮਾਤਰਾ ਵਾਯੂਮੰਡਲ ਵਿੱਚ ਸਭ ਤੋਂ ਵੱਧ ਗੈਸਾਂ ਇਹ ਦੋਨੋਂ ਵਾਯੂਮੰਡਲ ਦੇ ਵਿੱਚ ਪਾਈਆਂ ਜਾਂਦੀਆਂ। ਅਗਲਾ ਪ੍ਰਸ਼ਨ, ਹਵਾ ਵਿੱਚ ਨਾਈਟ੍ਰੋਜਨ ਗੈਸ ਦੀ ਮਾਤਰਾ ਕਿੰਨੀ ਹੈ? ਹਵਾ ਵਿੱਚ ਨਾਈਟ੍ਰੋਜਨ ਗੈਸ ਦੀ ਮਾਤਰਾ ਕਿੰਨੀ ਹੈ? ਹਾਂਜੀ, ਸ਼ਾਬਾਸ਼, 78.03%। ਹਵਾ ਵਿੱਚ ਨਾਈਟ੍ਰੋਜਨ ਦੀ ਮਾਤਰਾ 78.03% ਹੈ। ਅਗਲਾ ਪ੍ਰਸ਼ਨ, ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੈ? ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੈ? ਜੀ ਹਾਂ, 20.99%। ਹਵਾ ਵਿੱਚ ਆਕਸੀਜਨ ਦੀ ਮਾਤਰਾ 20.99% ਹੈ। ਔਰ ਤੁਸੀਂ ਪਹਿਲਾਂ ਵੀ ਪ੍ਰਸ਼ਨ ਪੜ੍ਹ ਕੇ ਗਏ ਹੋ ਕਿ ਇਹ ਦੋ ਗੈਸਾਂ ਨਾਈਟ੍ਰੋਜਨ ਤੇ ਆਕਸੀਜਨ ਦੀ ਮਾਤਰਾ ਹਵਾ ਦੇ ਵਿੱਚ ਸਭ ਤੋਂ ਵੱਧ ਹੈ। ਸੋ ਬੱਚਿਓ, ਪਾਠ ਦਾ ਬਾਕੀ ਹਿੱਸਾ ਅਸੀਂ ਭਾਗ 2 ਵਿੱਚ ਪੜਾਂਗੇ। ਤੰਦਰੁਸਤ ਰਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।